ਧੰਨ ਵਾਹਿਗੁਰੂ ਜੀਓ। ਗੌੜੀ ਝਗੜਾ ਏਕ ਨਿਭੇ ਰਹੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ ਰਹਾ। ਇਹ ਮਨ ਵੱਡਾ ਕਿ ਜਾ ਸੋ ਮਨ ਮਾਨਿਆ, ਰਾਮ ਵੱਡਾ ਕੈ ਰਾਮ ਹੈ ਜਾਣਿਆ। ਬ੍ਰਹਮਾ ਵੱਡਾ ਕਿ ਜਾ ਸਿਉ ਪਾਇਆ, ਵੇਦ ਵੱਡਾ ਕਿ ਜਹਾਂ ਤੇ ਆਇਆ। ਕਹਿ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰਿ ਕਾ ਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਸਹਿਤ ਸਰਵਣ ਕੀਤੇ ਹਨ। ਰੋਜ਼ਾਨਾ ਦੇ ਦੀਵਾਨਾਂ ਵਿੱਚ ਭਗਤ ਕਬੀਰ ਜੀ ਮਹਾਰਾਜ ਦੀ ਪਾਵਨ ਬਾਣੀ ਨੂੰ ਲੜੀਵਾਰ ਵਿਚਾਰਨ ਦਾ ਆਪਾਂ ਯਤਨ ਕਰਦੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 331 ਉੱਪਰ ਗੌੜੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਕਬੀਰ ਜੀ ਮਹਾਰਾਜ ਦਾ ਦਰਜ ਹੈ। ਕੁਝ ਪ੍ਰਸ਼ਨ ਉਠਾਏ ਹਨ ਇਸ ਸਮੁੱਚੇ ਸ਼ਬਦ ਵਿੱਚ, ਅਤੇ ਉਹਨਾਂ ਸਵਾਲਾਂ ਦੇ ਪ੍ਰਸ਼ਨਾਂ ਦੇ ਰੂਪ ਵਿੱਚ ਬੜੇ ਅਹਿਮ ਮਸਲੇ ਦੇ ਉੱਤੇ ਉਹਨਾਂ ਨੇ ਚਾਨਣਾ ਪਾਇਆ ਹੈ, ਜਿਹੜਾ ਸਾਡੇ ਧਰਮ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਰਸਤੇ ਵਿੱਚ ਆਉਂਦਾ ਹੈ। ਕੁਝ ਉਲਝਣਾਂ ਜਿਹੜੀਆਂ ਹਨ ਉਹ ਸਦਾ ਹੀ ਸਾਡੇ ਅੰਦਰ ਬਣੀਆਂ ਰਹਿੰਦੀਆਂ ਨੇ। ਅਸੀਂ ਉਸ ਕਸ਼ਮਕਸ਼ ਵਿੱਚ ਸਦਾ ਹੀ ਪਏ ਰਹਿੰਦੇ ਹਾਂ। ਬੜਾ ਅਜੀਬ ਕਿਸਮ ਦਾ ਦੁਚਿੱਤਾਪਨ ਅਤੇ ਦੁਬਿਧਾ, ਕਨਫਿਊਜ਼ਨ ਵਾਲੀ ਸਥਿਤੀ ਸਾਡੇ ਅੰਦਰ ਬਣਦੀ ਹੈ ਜਦੋਂ ਅਸੀਂ ਧਰਮ ਮਾਰਗ ਉੱਤੇ ਚੱਲਦੇ ਹਾਂ। ਸਮਝੋ ਕਿ ਇਹ ਵੀ ਇਸ ਪੜਾਅ ਦਾ, ਇਸ ਰਸਤੇ ਦਾ ਇੱਕ ਹਿੱਸਾ ਨੇ। ਜੇ ਇਹ ਹੱਲ ਨਾ ਹੋਣ ਤੇ ਉਲਝਣ ਵਧੇਰੇ ਵਧੀ ਜਾਂਦੀ ਹੈ। ਜੇ ਹੱਲ ਹੋ ਜਾਣ ਤੇ ਮਨੁੱਖ ਇਹਨਾਂ ਤੋਂ ਪਾਰ ਹੋ ਕੇ ਬੜਾ ਸੌਖਿਆਂ ਅਗਲਾ ਰਸਤਾ ਤੈਅ ਕਰ ਲੈਂਦਾ ਹੈ। ਗਰੀਬ ਨਵਾਜ ਪਾਤਸ਼ਾਹ ਨੇ ਕੀ ਨੁਕਤੇ ਇਸ ਪਾਵਨ ਸ਼ਬਦ ਵਿੱਚ ਉਠਾਏ ਨੇ। ਆਰੰਭ ਦਾ ਵਾਕ ਦੋ ਪੰਕਤੀਆਂ ਹਨ, ਰਹਾਉ ਦਾ ਬੰਦ। ਝਗੜਾ ਏਕ ਨਿਭੇ ਰਹੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ। हे ਮੇਰੇ ਸਰਵ ਵਿਆਪਕ ਪਰਮੇਸ਼ਰ ਜੀਓ, ਮੇਰੇ ਅੰਦਰ ਦਾ ਇੱਕ ਝਗੜਾ ਦੂਰ ਕਰ ਦਿਓ। ਝਗੜੇ ਤੋਂ ਭਾਵ ਹੈ ਕਸ਼ਮਕਸ਼, ਜੋ ਦੋ ਧਿਰਾਂ ਦੇ ਵਿਚਕਾਰ ਚੱਲਦੀ ਹੈ। ਦੋ ਪੈਰਾਲਲ ਸੁਭਾਅ, ਇੱਕ ਦੂਜੇ ਦੇ ਆਪੋਜਿਟ ਸੁਭਾਅ ਜਦੋਂ ਖੜੇ ਹੋ ਜਾਂਦੇ ਹਨ, ਦੋਵੇਂ ਇੱਕ ਦੂਜੇ ਦੇ ਵਿਰੋਧੀ ਜਦੋਂ ਵਿਚਾਰ ਖੜੇ ਹੋ ਜਾਂਦੇ ਹਨ, ਤਾਂ ਉਹਨਾਂ ਦੋਨਾਂ ਦੇ ਦਰਮਿਆਨ ਇੱਕ ਖਿੱਚੋਤਾਣ, ਇੱਕ ਕਸ਼ਮਕਸ਼ ਰਹਿੰਦੀ ਹੈ, ਜਿਸ ਨੂੰ ਝਗੜਾ ਕਿਹਾ ਜਾਂਦਾ ਹੈ। ਭਗਤ ਜੀ ਨੇ ਦੁਬਿਧਾਮਈ ਅਵਸਥਾ ਨੂੰ, ਜਿਹਨੂੰ ਆਪਾਂ ਕਨਫਿਊਜ਼ਨ ਕਹਿੰਦੇ ਹਾਂ, ਕਨਫਿਊਜ਼ਨ ਹੁੰਦੀ ਕਿਉਂ ਹੈ? ਜਦੋਂ ਦੋ ਪੈਰਾਲਲ ਬਰਾਬਰ ਜਾਣ ਵਾਲੀਆਂ ਚੀਜ਼ਾਂ ਆਪਸ ਟਕਰਾ ਜਾਂਦੀਆਂ ਨੇ,
ਦੋ ਤਰ੍ਹਾਂ ਦੇ ਵਿਚਾਰ ਤੁਹਾਡੇ ਮਨ ਅੰਦਰ ਆਏ, ਤੁਸੀਂ ਉਹਨਾਂ ਚੋਂ ਡਿਸਾਈਡ ਨਹੀਂ ਕਰ ਪਾ ਰਹੇ, ਨਿਰਣਾ ਨਹੀਂ ਕਰ ਪਾ ਰਹੇ ਕਿ ਸਹੀ ਕੀ ਹੈ, ਮੈਂ ਕਿਸ ਨੂੰ ਮੰਨਾਂ ਤੇ ਕਿਸ ਨੂੰ ਛੱਡਾਂ। ਉਹਨੂੰ ਆਪਾਂ ਕਨਫਿਊਜ਼ਨ ਕਹਿੰਦੇ, ਦੁਬਿਧਾ ਕਹਿੰਦੇ। ਦੁਬਿਧਾ ਬੌਰੀ ਮਨ ਬੌਰਾਇਆ, ਐਸਾ ਕੋਈ ਜੇ ਦੁਬਿਧਾ ਮਾਰ ਗਵਾਵੇ, ਇਸੈ ਮਾਰ ਰਾਜ ਜੋਗ ਕਮਾਵੇ। ਤਾਂ ਦੋਨੋਂ ਆਪੋਜਿਟ ਨੇ, ਇੱਕ ਦੂਜੇ ਦੇ ਬਿਲਕੁਲ ਆਮੋ ਸਾਹਮਣੇ ਖੜੇ ਹੋਏ। ਉਹਨਾਂ ਦੋਨਾਂ ਦੇ ਵਿੱਚੋਂ ਜੀਵ ਨੇ ਨਿਰਣਾ ਕਰਨਾ ਸਹੀ ਕੀ ਹੈ, ਗਲਤ ਕੀ ਹੈ। ਪਰ ਨਿਰਣਾ ਕਾਹਦੇ ਨਾਲ ਕਰੇਗਾ? ਉਸ ਕੋਲ ਕੀ ਕਸਵੱਟੀ ਹੈ ਨਿਰਣਾ ਕਰਨ ਦੀ? ਉਸ ਨੂੰ ਲੱਗਦਾ ਹੈ ਹੋ ਸਕਦਾ ਹੈ ਆਹ ਸਹੀ ਹੋਵੇ, ਜੇ ਮੈਂ ਇਹਨੂੰ ਮੰਨ ਲਿਆ ਕਿਤੇ ਮੈਂ ਗਲਤ ਨਾ ਹੋ ਜਾਵਾਂ, ਮੈਂ ਦੂਜੇ ਰਾਹ ਤੇ ਤੁਰਾਂ। ਫਿਰ ਕਨਫਿਊਜ਼ਨ ਹੁੰਦੀ ਹੈ, ਮਨ ਅੰਦਰ ਫਿਰ ਖਿਆਲ ਆਉਂਦਾ, ਡਾਊਟਫੁਲ ਹੋ ਜਾਂਦਾ, ਕਿਤੇ ਮੈਂ ਫਿਰ ਗਲਤ ਨਾ ਹੋਵਾਂ। ਉਸ ਨੂੰ ਗਲਤੀ ਹੋਣ ਦਾ ਡਰ ਬਣਿਆ ਰਹਿੰਦਾ ਹੈ ਤੇ ਮਨ ਅੰਦਰ ਇਹ ਸ਼ੁਭਾ ਬਣਿਆ ਰਹਿੰਦਾ ਵੀ ਦੂਜਾ ਰਾਹ ਕਿਤੇ ਜਿਸ ਪਾਸੇ ਮੈਂ ਤੁਰਨਾ ਨਹੀਂ, ਕਿਤੇ ਉਹ ਨਾ ਸਹੀ ਹੋਵੇ। ਇਸੇ ਕਸ਼ਮਕਸ਼ ਵਿੱਚ ਉਹ ਉਲਝਿਆ ਪਿਆ, ਇਸੇ ਖਿੱਚੋ ਤਾਣ ਦੇ ਵਿੱਚ ਉਹਦੇ ਅੰਦਰ ਦੀ ਬੇਹਾਲਤਾ ਪ੍ਰਗਟ ਹੁੰਦੀ ਹੈ। ਭਗਤ ਜੀ ਨੇ ਜਦੋਂ ਅਸੀਂ ਸੱਚ, ਧਰਮ, ਪਰਮੇਸ਼ਰ ਦੇ ਰਾਹ ਦੇ ਉੱਤੇ ਚੱਲਣਾ ਹੈ, ਕਿਉਂ ਬਾਣੀ ਦੇ ਵਿੱਚ ਕਿਹਾ ਗਿਆ ਹੈ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ, ਸੁਖ ਸਾਰ ਹੈ ਤੇ ਸੁੱਖਾਂ ਵਾਲੀ, ਫਲ ਸੁਖ ਹੈ ਪਰ ਕਰੜੀ ਤੇ ਹੈ ਨਾ ਘਾਲਣਾ। ਮਸ਼ੱਕਤ ਕਿਉਂ ਗਿਆ? ਜਿਨੀ ਨਾਮ ਤੇ ਆਇਆ ਗਏ ਮਸ਼ੱਕਤ, ਮਸ਼ੱਕਤ ਦਾ ਅਰਥ ਮਿਹਨਤ ਹੈ, ਘਾਲਣਾ। ਤੇ ਘਾਲਣਾ ਉੱਥੇ ਹੁੰਦੀ, ਸੰਘਰਸ਼ ਉੱਥੇ ਹੁੰਦਾ ਜਿੱਥੇ ਕੋਈ ਕਠਿਨਾਈ ਹੈ, ਜਿੱਥੇ ਕੋਈ ਉਲਝਣ ਹੈ, ਜਿੱਥੇ ਇਹਨਾਂ ਸੌਖਾ ਤੇ ਸਹਿਲਾ ਕੰਮ ਨਹੀਂ, ਉੱਥੇ ਤੁਹਾਨੂੰ ਕਿਸੇ ਨਾ ਕਿਸੇ ਚੀਜ਼ ਨਾਲ ਫਾਈਟ ਕਰਨੀ ਪੈਂਦੀ ਹੈ। ਕੋਈ ਬੜਾ ਬਿਖਮ ਮਾਰਗ ਲੰਘਣਾ ਪੈਂਦਾ ਹੈ, ਕੋਈ ਬੜੀਆਂ ਔਖੀਆਂ ਪਰਿਸਥਿਤੀਆਂ ਵਿੱਚੋਂ ਗੁਜ਼ਰਨਾ ਪੈਂਦਾ, ਕੋਈ ਰੁਕਾਵਟਾਂ ਤੁਹਾਡੇ ਸਾਹਮਣੇ ਆਉਣਗੀਆਂ ਜਿਨ੍ਹਾਂ ਨਾਲ ਤੁਸੀਂ ਸਿੱਝਣਾ। ਉਸੇ ਨੂੰ ਹਜ਼ੂਰ ਬਾਣੀ ਦੇ ਵਿੱਚ ਕਹਿੰਦੇ ਨੇ ਬੜੀ ਕਰੜੀ ਘਾਲਣਾ, ਬਹੁਤ ਕਠਿਨ ਮਾਰਗ। ਪਰ ਜੇ ਸਤਿਗੁਰੂ ਮਹਾਰਾਜ ਜੁਗਤ ਬਖਸ਼ ਦੇਣ, ਆਪਣੀ ਗੁਰੂ ਉਪਦੇਸ਼ ਨਾਲ ਮਨੁੱਖ ਦੀ ਸੁਰਤ ਵਿੱਚ ਪ੍ਰਕਾਸ਼ ਹੋਵੇ ਵਿਵੇਕ ਦਾ, ਗਿਆਨ ਦਾ, ਤਾਂ ਇਹਨਾਂ ਕਠਿਨਾਈਆਂ ਨੂੰ ਸਹਿਜੇ ਹੀ ਪਾਰ ਕੀਤਾ ਜਾ ਸਕਦਾ ਹੈ। ਸਤਿਗੁਰੂ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਫਰਮਾਇਆ, ਝਗੜਾ ਏਕ ਨਿਬੇਰੋ ਰਾਮ। ਮੇਰੇ ਅੰਦਰ ਦੀ ਇੱਕ ਕਸ਼ਮਕਸ਼ ਹੈ, ਖਿੱਚੋ ਤਾਣ ਹੈ, ਕਨਫਿਊਜ਼ਨ ਹੈ, ਦੁਬਿਧਾ ਹੈ, ਮਿਹਰ ਕਰੋ ਇਹ ਨਿਬੜ ਜਾਏ, ਇਹਦਾ ਕੋਈ ਹੱਲ ਨਿਕਲ ਆਏ। ਜਾਓ ਤੁਮ ਆਪਣੇ ਜਨ ਸੋ ਕੰਮ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਹ ਸੇਵਕ ਇਸੇ ਤਰ੍ਹਾਂ ਤੁਹਾਡੀ ਇਬਾਦਤ ਵਿੱਚ ਲੱਗਿਆ ਰਹੇ, ਇਹਦੇ ਜੀਵਨ 'ਚ ਕੋਈ ਖੜੋਤ ਨਾ ਆਵੇ, ਕੋਈ ਰੁਕਾਵਟ ਖੜੀ ਨਾ ਹੋਵੇ, ਤਾਂ ਮਿਹਰ ਕਰੋ, ਮੇਰੇ ਅੰਦਰ ਦੀ ਇੱਕ ਕਸ਼ਮਕਸ਼, ਝਗੜਾ, ਕਲੇਸ਼ ਮੁਕਾ ਦਿਓ। ਜਾਓ ਤੁਮ ਆਪਣੇ ਜਨ ਸੋ ਕਾਮ ਦਾ ਭਾਵ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜਨ ਇਸੇ ਕਾਰਜ ਵਿੱਚ ਲੱਗਾ ਰਹੇ, ਭਾਵ ਤੁਹਾਡੇ ਮਾਰਗ ਤੋਂ ਥਿੜਕੇ ਨਾ, ਉਲਝੇ ਨਾ, ਕੁਰਾਹੇ ਨਾ ਪਏ, ਇਹਦੇ ਅੰਦਰ ਖੜੋਤ ਨਾ ਪੈਦਾ ਹੋਵੇ, ਇਹਦੇ ਅੰਦਰ ਕੋਈ ਰੁਕਾਵਟ ਨਾ ਉਪਜਾਏ, ਤਾਂ ਮਿਹਰ ਕਰੋ, ਮੇਰੇ ਅੰਦਰ ਦੀ ਇੱਕ ਕਸ਼ਮਕਸ਼ ਮੁਕਾ ਦਿਓ, ਇਸ ਦੀ ਸਪਸ਼ਟਤਾ ਬਖਸ਼ੋ। ਤਾਂ ਕੀ ਹਨ ਉਹ ਚੀਜ਼ਾਂ? ਭਗਤ ਜੀ ਨੇ ਅਗਲੇਰੇ ਬੰਦ ਵਿੱਚ ਉਹਨਾਂ ਦੀ ਵਿਆਖਿਆ ਆਰੰਭ ਕੀਤੀ ਹੈ। ਕਹਿੰਦੇ ਹਨ, ਇਹ ਮਨ ਵੱਡਾ ਕਿ ਜਾ ਸੌ ਮਨ ਮਾਨਿਆ। ਇਹ ਮਨ ਵੱਡਾ ਹੈ ਸਾਡਾ ਕਿ ਜਿਸ ਨਾਲ ਜਿਸ ਪਰਮੇਸ਼ਰ ਨਾਲ ਮਨ ਪਤੀਜ ਜਾਂਦਾ, ਉਹ ਪਰਮੇਸ਼ਰ ਵੱਡਾ। ਬੜਾ ਇਹ ਮਨੁੱਖਤਾ ਹੈ, ਮਨ ਵੱਡਾ ਹੈ ਕਿ ਜਿਸ ਪਰਮੇਸ਼ਰ ਵਿੱਚ ਮਨ ਪਤੀਜ ਜਾਂਦਾ ਹੈ, ਉਹ ਵਾਹਿਗੁਰੂ ਵੱਡਾ ਹੈ, ਉਹ ਸਿਰਜਣਹਾਰ ਪਰਮੇਸ਼ਰ ਵੱਡਾ ਹੈ। ਭਾਵ ਮਨ ਦੀ ਤਾਕਤ ਜ਼ਿਆਦਾ ਮੰਨੀ ਹੈ, ਮਨ ਨੂੰ ਪ੍ਰਾਇਓਰਟੀ ਦਈਏ, ਮਨ ਨੂੰ ਪਹਿਲਾ ਸਥਾਨ ਦਈਏ ਕਿ ਜਾਂ ਫਿਰ ਇਸ ਨੂੰ ਸੈਕੰਡਰੀ ਸਮਝੀਏ, ਇਸ ਦਾ ਰੁਤਬਾ ਕੀ ਮਿਥੀਏ। ਮਨ ਵੱਡਾ ਹੈ ਕਿ ਜਿਸ ਪਰਮੇਸ਼ਰ ਵਿੱਚ ਮਨ ਪਤੀਜ ਜਾਂਦਾ ਹੈ, ਉਹ ਵੱਡਾ ਹੈ। ਸਮੁੱਚੇ ਸ਼ਬਦ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਸ ਉਲਝਣ ਨੂੰ ਉਹਨਾਂ ਸ਼ਬਦ ਰਾਹੀਂ ਹੀ ਸਮਝਾਉਣ ਦਾ ਯਤਨ ਕੀਤਾ। ਇਹਦਾ ਭਾਵ ਹੈ, ਜਦੋਂ ਸਾਧਕ, ਜਦੋਂ ਇਸ ਮਾਰਗ ਦੇ ਉੱਤੇ ਤੁਰਨ ਵਾਲਾ ਹੌਲੀ ਹੌਲੀ ਮਨ ਕਰਕੇ ਸਫ਼ਰ ਤੈਅ ਕਰਦਾ ਹੈ,
ਤੇ ਕਿਤੇ ਨਾ ਕਿਤੇ ਜਾ ਕੇ ਉਹਦੇ ਅੰਦਰ ਉਲਝਣ ਆਉਂਦੀ ਹੈ, ਮੈਂ ਇੰਨਾ ਕਰ ਲਿਆ। ਇੱਕ ਈਗੋ, ਇੱਕ ਹਉਮੈ ਉਹਦੇ ਅੰਦਰ ਟਿਕ ਜਾਂਦੀ ਹੈ, ਭਾਵੇਂ ਉਹ ਸੇਵਾ ਕਰੇ, ਭਾਵੇਂ ਉਹ ਧਰਮ ਕਮਾਏ, ਭਾਵੇਂ ਉਹ ਨੇਕ ਕਮਾਏ। ਚੇਤੇ ਵਿੱਚ ਰੱਖਣਾ, ਹਉਮੈ ਤੋਂ ਬਚਣ ਲਈ ਬੰਦੇ ਨੇ ਧਰਮ ਸੱਚ ਦੀ ਕਮਾਈ ਕਰਨੀ, ਇੱਕ ਪ੍ਰੈਕਟਿਸ ਕਰਨੀ, ਤੇ ਜਿਹੜੀ ਉਹਨੇ ਪ੍ਰੈਕਟਿਸ ਕਰਨੀ ਹੈ ਉਸ ਪ੍ਰੈਕਟਿਸ ਨੂੰ ਕਰਦਿਆਂ ਹੋਇਆਂ ਵੀ ਉਹਦੇ ਅੰਦਰ ਥਿੜਕਣ ਪੈਦਾ ਹੋਣੀ ਹੈ। ਇੱਕ ਵਾਰ ਉਹਨੂੰ ਲੱਗਣਾ ਮੈਂ ਇੰਨਾ ਕਰ ਲਿਆ, ਮੇਰਾ ਮਨ ਤਾਂ ਬੜਾ ਉੱਚਾ ਚਲਾ ਗਿਆ, ਮੇਰੇ ਮਨ ਨੂੰ ਤਾਂ ਬੜੀ ਸਮਝ ਆ ਗਈ ਹੈ, ਮੇਰੇ ਮਨ ਦੀ ਤਾਂ ਅਵਸਥਾ ਹੀ ਬੜੀ ਸੁਧਰ ਗਈ ਹੈ। ਉਸ ਚੀਜ਼ ਨੇ ਵੀ ਉਹਦੇ ਤੇ ਨੈਗੇਟਿਵ ਇੱਕ ਪਾਸਿਓਂ ਇਫੈਕਟ ਪਾਉਣਾ ਹੈ। ਹਉਮੈ ਨੇ ਰੂਪ ਬਦਲ ਕੇ ਉਹਦੇ ਰਾਹ ਦੇ ਵਿੱਚ ਰੁਕਾਵਟ ਖੜੀ ਕਰ ਦੇਣੀ। ਆਮ ਸੰਸਾਰ 'ਚ ਬੰਦਾ ਕਿਹੜੀ ਹਉਮੈ ਨਾਲ ਗ੍ਰਸਤ, ਮੈਂ ਧਨੀ ਹਾਂ, ਮੈਂ ਸੋਹਣਾ ਹਾਂ, ਮੈਂ ਵਿਦਵਾਨ ਹਾਂ, ਮੈਂ ਅਕਲਮੰਦ ਹਾਂ, ਮੇਰੇ ਕੋਲ ਰੁਤਬਾ ਉੱਚਾ ਹੈ, ਮੇਰੀ ਸੁਣਦੇ ਬਹੁਤ ਲੋਕ ਨੇ, ਬੜੀ ਰਿਸਪੈਕਟ ਦੁਨੀਆ ਦੇ, ਬੜਾ ਕੁਝ ਮੈਂ ਇਹ ਕਰ ਸਕਦਾ, ਮੈਂ ਉਹ ਕਰ ਸਕਦਾ। ਤੇ ਮਤ ਸੋਚੋ, ਧਰਮ ਦੀ ਦੁਨੀਆ 'ਚ ਲੋਕ ਹਉਮੈ ਨਾਲ ਗ੍ਰਸਤ ਨਹੀਂ ਹੁੰਦੇ। ਜਦੋਂ ਮਜ਼ਹਬੀ ਸੰਸਾਰ ਵੱਲ ਝਾਤ ਮਾਰੋਗੇ, ਇੱਥੇ ਵੀ ਸੰਸਾਰ ਦੇ ਲੋਕਾਂ ਦੇ ਅੰਦਰ ਹਉਮੈ ਜਿਉਂ ਦੀ ਤਿਉਂ ਹੈ। ਮੈਂ ਬੜਾ ਪੂਜਾ ਪਾਠ ਕਰਦਾ, ਮੈਂ ਬੜੀ ਸੇਵਾ ਕਰਦਾ, ਮੈਂ ਬੜਾ ਦਾਨ ਦੇਣਾ, ਮੈਂ ਆਹ ਕੀਤਾ, ਮੈਂ ਉਹ ਕੀਤਾ। ਐਸੇ ਸੱਜਣ ਵੀ ਮਿਲਦੇ ਨੇ ਜਿਹੜੇ ਕਹਿੰਦੇ ਤੁਹਾਨੂੰ ਪਤਾ ਹੈ ਗੁਰਦੁਆਰਾ ਬਣਾਉਣ ਦੇ ਵਿੱਚ ਸਾਡਾ ਕਿੱਡਾ ਵੱਡਾ ਯੋਗਦਾਨ ਹੈ। ਉਦੋਂ ਅਸੀਂ ਤੁਸੀਂ ਉਹਨਾਂ ਕੋਲ ਇੱਕ ਗੱਲ ਨਿੱਕੀ ਜਿਹੀ ਛੇੜ ਦਿਓ, ਬਸ 1 ਸੈਕਿੰਡ ਦੀ, ਤੁਸੀਂ ਕੀ ਕੀਤਾ, ਵਾਹ, ਫਿਰ ਤੁਹਾਨੂੰ ਲੰਮੀ ਕਹਾਣੀ ਸੁਣਾਓ। ਉਹਨਾਂ ਨੂੰ ਤਾਂ ਸੁਣ ਕੇ ਇਵੇਂ ਲੱਗਦਾ ਹੈ ਕਿ ਧਰਮ ਨੂੰ ਚੁੱਕਿਆ ਹੀ ਇਹਨਾਂ ਬੰਦਿਆਂ ਨੇ। ਇਹ ਨਾ ਹੁੰਦੇ ਤੇ ਧਰਮ ਅਸਥਾਨ ਨਾ ਉਸਰਦਾ, ਧਰਮ ਅਸਥਾਨ ਨਾ ਉਸਰਦਾ ਤੇ ਗੁਰੂ ਨੂੰ ਕੋਈ ਜਾਣਦਾ ਹੀ ਨਾ। ਉਹਨਾਂ ਦੀ ਸੁਰਤ ਵਿੱਚ ਇਹ ਚੀਜ਼ ਵਸੀ ਹੋਈ, ਕਰਕੇ ਛੱਡਿਆ ਨਹੀਂ। ਉਹਦੀ ਐਡਵਰਟਾਈਜ਼ਮੈਂਟ ਉਹ ਆਪਣੀ ਜ਼ੁਬਾਨ ਤੋਂ ਹੀ ਕਰਦੇ ਰਹਿੰਦੇ, ਮਸ਼ਹੂਰੀ ਕਰਦੇ ਰਹਿੰਦੇ, ਮੈਂ ਆਹ ਦਿੱਤਾ, ਮੈਂ ਉਹ ਕੀਤਾ, ਮੈਂ ਆਹ ਕੀਤਾ, ਮੈਂ ਉਹ ਕੀਤਾ। ਹਮੇਸ਼ਾ ਇਹੀ ਗੱਲ ਉਹਨਾਂ ਦੀ ਜ਼ੁਬਾਨ ਤੇ ਰਹਿੰਦੀ। ਹੁਣ ਕੀਤਾ ਤੇ ਹੈ, ਚੰਗੀ ਗੱਲ ਹੈ, ਚੰਗਾ ਕੰਮ ਕਰਨਾ ਚੰਗੀ ਗੱਲ ਹੈ, ਇਹਨੂੰ ਸ਼ਾਬਾਸ਼ ਤੇ ਐਪਰੀਸ਼ੀਏਟ ਕਰਨਾ ਬਣਦਾ। ਪਰ ਜਿਹੜੀ ਰੁਕਾਵਟ ਆ ਗਈ ਹੈ ਨਾ, ਇੱਕ ਨੇਕ ਪਰਉਪਕਾਰੀ ਚੰਗਾ ਕਾਰਜ ਕਰਕੇ ਵੀ ਉਹ ਚੀਜ਼ ਦਾ ਇੱਕ ਨੈਗੇਟਿਵ ਇਫੈਕਟ ਉਹਨਾਂ ਦੇ ਜੀਵਨ ਵਿੱਚ ਪਿਆ। ਉਹ ਹਉਮੈ ਤੇ ਹੰਕਾਰ ਉਹਨਾਂ ਦੇ ਅੰਦਰ ਹੋਰ ਕਿਸਮ ਦਾ ਰੂਪ ਧਾਰਨ ਕਰਕੇ ਟਿਕ ਗਏ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰਿਆ ਗੁਮਾਨ, ਨਾਨਕ ਨਿਵਫਲ ਜਾਤ ਤੇ ਜਿਉ ਕੁੰਚੇ ਰਿਸ਼ਨਾ। ਗੁਰਬਾਣੀ ਨੂੰ ਪੜ੍ਹੀਏ, ਜਿਨ ਕਉ ਨਦਰ ਕਰਮ ਤਿਨ ਕਾ। ਸਤਿਗੁਰੂ ਹਰ ਗੱਲ ਨੂੰ ਬਖਸ਼ਿਸ਼ ਉੱਤੇ ਲਿਆ ਕੇ ਟਿਕਾ ਦਿੰਦੇ, ਕਹਿੰਦੇ ਉਹਦੀ ਬਖਸ਼ਿਸ਼, ਉਹਦੀ ਕਿਰਪਾ, ਉਹਦੀ ਮਿਹਰ। ਉਹ ਆਪਣੇ ਮਨ ਦੀ ਹਉਮੈ ਨੂੰ ਅੱਗੇ ਪ੍ਰਾਇਓਰਟੀ ਨਹੀਂ ਦਿੰਦੇ। ਹਉਮੈ ਹੈ ਹੀ ਨਹੀਂ। ਉਹ ਕਹਿੰਦੇ ਨੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਉਹ ਚਾਹੇ ਤੇ ਕਰਵਾ ਸਕਦਾ ਹੈ, ਉਹਦੀ ਰਹਿਮਤ ਹੋਈ ਤੇ ਹੋਇਆ, ਮੈਂ ਕੌਣ ਹਾਂ, ਮੇਰਾ ਕੀ ਵਜੂਦ ਹੈ ਉਹਦੇ ਸਾਹਮਣੇ। ਤੋ ਕਸ਼ਮਕਸ਼ ਕਾਹਦੇ ਵਿੱਚ ਹੈ, ਪਰਮੇਸ਼ਰ ਵਾਹਿਗੁਰੂ ਵਿੱਚ ਔਰ ਮਨ ਦੀ ਈਗੋ ਵਿੱਚ। ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਪੀਤ ਕਰਾ। ਸਾਧਕ ਜਿਹੜਾ ਉਹ ਮਨ ਦੀ ਪਾਵਰ ਨੂੰ ਵੱਧ ਸਮਝੇ ਕਿ ਜਿਸ ਪਰਮੇਸ਼ਰ ਵਿੱਚ ਭਤੀਜੜਾ ਉਹਨੂੰ ਵੱਧ ਸਮਝੇ। ਨਹੀਂ, ਜਿਸ ਦਿਨ ਸਾਧਕ ਨੂੰ, ਧਰਮ ਦੇ ਰਾਹ ਤੇ ਚੱਲਣ ਵਾਲੇ ਨੂੰ, ਜਿਸ ਦਿਨ ਮੁਸਾਫਰ ਨੂੰ ਇਹ ਗੱਲ ਸਮਝ ਆ ਗਈ ਮਨ ਦੀ ਸਮਰੱਥਾ ਨਹੀਂ ਹੈ, ਉਹਦੀ ਬਖਸ਼ਿਸ਼ ਮਨ ਨੂੰ ਉਸ ਪਾਸੇ ਲਿਜਾ ਰਹੀ ਹੈ। ਵੱਡਾ ਤੇ ਉਹ ਹੈ ਜਿਸ ਪਰਮੇਸ਼ਰ ਤੱਕ ਮਨ ਨੇ ਪਹੁੰਚਣਾ ਹੈ। ਮੰਜ਼ਿਲ ਵੱਡੀ ਹੈ, ਮੁਸਾਫਰ ਤਾਂ ਉਹਦਾ ਆਨੰਦ ਲੈ ਰਿਹਾ। ਰਾਹ ਵੱਡਾ ਨਹੀਂ ਹੈ, ਮੁਸਾਫਰ ਵੱਡਾ ਨਹੀਂ ਹੈ। ਜੇ ਮੰਜ਼ਿਲ ਹੀ ਨਾ ਹੁੰਦੀ ਤੇ ਰਾਹ ਤੇ ਕਿੰਨਾ ਕੁ ਚਿਰ ਤੁਰੇ ਜਾਂਦੇ ਅਸੀਂ। ਜੇ ਕੋਈ ਮੰਜ਼ਿਲ ਹੈ ਤੇ ਮੁਸਾਫਰ ਤੁਰਿਆ ਨਾ ਉਸ ਪਾਸੇ ਨੂੰ, ਨਹੀਂ ਤੇ ਮੁਸਾਫਰ ਦਾ ਟਿਕਾਣਾ ਕਿੱਥੇ। ਅਸੀਂ ਤੁਰੇ ਹਾਂ ਜੇ ਤੇ ਕੋਈ ਮੰਜ਼ਿਲ ਹੈ ਅੱਗੇ ਤੇ ਤੁਰੇ ਹਾਂ ਨਾ। ਰਾਹ ਫੜਿਆ ਤੇ ਕਿਸੇ ਮੰਜ਼ਿਲ ਨੂੰ ਜਾਂਦਾ ਹੈ ਤੇ ਰਾਹ ਤੇ ਤੁਰੇ ਹਾਂ ਨਾ। ਠੀਕ ਹੈ, ਰਾਹ ਦੀ ਆਪਣੀ ਮਹੱਤਤਾ ਹੈ, ਮੁਸਾਫਰ ਦੀ ਆਪਣੀ ਘਾਲਣਾ ਹੈ, ਦੋਵੇਂ ਹੀ ਸਨਮਾਨਯੋਗ ਨੇ, ਪਰ ਬਿਨਾਂ ਮੰਜ਼ਿਲ ਤੋਂ ਦੋਵੇਂ ਹੀ ਅਧੂਰੇ। ਮੁਸਾਫਰ ਵੀ, ਸਫ਼ਰ ਕਰਨ ਵਾਲਾ ਵੀ ਤੇ ਰਸਤਾ ਵੀ। ਇਸ ਵਾਸਤੇ ਉੱਤਮ ਦਰਜਾ ਹੈ ਪਰਮੇਸ਼ਰ ਵਾਹਿਗੁਰੂ ਦਾ। ਅੱਗੇ ਫਰਮਾਉਂਦੇ ਹਨ, ਰਾਮ ਵੱਡਾ ਕਹਿ ਰਾਮੈ ਜਾਣਿਆ। ਪਰਮੇਸ਼ਰ ਵਾਹਿਗੁਰੂ ਵੱਡਾ ਹੈ ਕਿ ਉਸ ਨੂੰ ਜਾਣਨ ਵਾਲਾ ਵੱਡਾ ਹੈ। ਦੇਖੋ, ਸੰਸਾਰ ਦੇ ਅੰਦਰ ਜਿਨ੍ਹਾਂ ਸਤਿਪੁਰਸ਼ਾਂ ਨੇ ਕਿਹਾ ਨਾ, ਉਹ ਸਾਡੇ ਨਾਲ ਹੀ ਨਾ ਜੁੜੇ ਰਹਿ ਜਾਓ। ਠੀਕ ਹੈ, ਸਾਡੇ ਤੋਂ ਪ੍ਰੇਰਨਾ ਲਿਓ, ਸਾਡੀ ਗੱਲ ਨੂੰ ਸੁਣਿਓ, ਸਾਡੇ ਉਪਦੇਸ਼ ਨੂੰ ਮੰਨਿਓ, ਪਰ ਇਹ ਅਸੀਂ ਤੁਹਾਨੂੰ ਰਾਹ ਵਿਖਾ ਰਹੇ ਹਾਂ, ਤੁਸੀਂ ਉੱਥੇ ਪਹੁੰਚਣਾ ਜਿੱਥੇ ਅਸੀਂ ਪਹੁੰਚੇ।
ਸਾਨੂੰ ਹੀ ਨਾ ਫੜ ਕੇ ਬਹਿ ਜਾਇਓ, ਅਸੀਂ ਤੁਹਾਡੀ ਅਗਵਾਈ ਕਰਾਂਗੇ, ਅਸੀਂ ਤੁਹਾਡੀ ਸਹਾਇਤਾ ਕਰਾਂਗੇ, ਅਸੀਂ ਤੁਹਾਡੇ ਤੇ ਹਮੇਸ਼ਾ ਹੀ ਖੁਸ਼ ਰਵਾਂਗੇ, ਇਹ ਠੀਕ ਹੈ। ਪਰ ਜਿਹੜਾ ਅਸੀਂ ਰਾਹ ਦੱਸ ਰਿਹਾ ਨਾ, ਜੋ ਅਸੀਂ ਕਮਾਇਆ ਉਹਨੂੰ ਤੁਸੀਂ ਵੀ ਨਾਲ ਨਾਲ ਕਮਾਉਣਾ। ਕੇਵਲ ਇੰਨੇ ਤੀ ਨਾ ਸਾਰ ਲਿਓ ਵੀ ਤੁਸੀਂ ਸਾਨੂੰ ਆਪਣੇ ਨਾਲ ਜੋੜ ਲਿਓ ਤੇ ਉੱਥੇ ਹੀ ਖੜੇ ਰਹਿ ਜਾਓ। ਤੁਸੀਂ ਵੀ ਅੱਗੇ ਤੁਰੋ, ਤੁਸੀਂ ਵੀ ਕੋਈ ਯਤਨ ਕਰਿਓ ਆਪਣੇ ਜੀਵਨ 'ਚ। ਰਾਮ ਵੱਡਾ ਕਿ ਰਾਮੈ ਜਾਣਾ, ਮੰਜ਼ਿਲ ਵੱਡੀ ਹੈ। ਪਰਮੇਸ਼ਰ ਵਾਹਿਗੁਰੂ ਤੱਕ ਪਹੁੰਚਣਾ ਉਹ ਚੀਜ਼ ਵੱਡੀ ਹੈ ਕਿ ਉਸ ਪਰਮੇਸ਼ਰ ਨੂੰ ਜਾਣਨ ਵਾਲਾ ਸਭ ਤੋਂ ਵੱਡਾ ਹੈ। ਅਸੀਂ ਕਿਹੜਾ ਰਸਤਾ ਫੜਨਾ? ਕਿ ਠੀਕ ਹੈ ਵੀ ਰੱਬ ਨੂੰ ਜਾਣਨ ਵਾਲਾ ਹੀ ਸਾਡਾ ਪ੍ਰੇਰਣਾ ਸਰੋਤ ਵੀ ਹੈ, ਉਹਦੀ ਅਗਵਾਈ ਹੀ ਸਾਨੂੰ ਅਧਿਆਤਮਕ ਮਾਰਗ ਦੇ ਉੱਤੇ ਕਿਸੇ ਮੰਜ਼ਿਲ ਤੱਕ ਪਹੁੰਚਾ ਸਕਦੀ ਹੈ। ਪਰ ਉਹ ਤਾਂ ਪਹੁੰਚਾਏਗੀ ਨਾ ਜੇ ਅਸੀਂ ਉਹਦੇ ਕਰਮ ਨੂੰ ਤੇ ਉਹਦੇ ਉਪਦੇਸ਼ ਨੂੰ ਆਪਣੇ ਜੀਵਨ ਵਾਸਤੇ ਜ਼ਰੂਰੀ ਸਮਝਦਿਆਂ ਉਹਦੇ ਤੋਂ ਕੁਝ ਗ੍ਰਹਿਣ ਕਰਾਂਗੇ। ਤੇ ਜੇ ਅਸੀਂ ਉਹਨਾਂ ਦੀਆਂ ਮੂਰਤਾਂ ਬਣਾ ਕੇ ਪੂਜੀ ਜਾਵਾਂਗੇ ਤਾਂ ਕਿੱਥੇ ਪਹੁੰਚਣਾ? ਪਹਿਲਾਂ ਵੀ ਦੁਨੀਆ ਇਹੋ ਟੱਕਰਾਂ ਖਾਂਦੀ ਸੀ, ਅਸੀਂ ਵੀ ਖਾਂਦੇ ਰਵਾਂਗੇ। ਜਿੱਥੇ ਇੰਨੀਆਂ ਲੱਗੀਆਂ ਸਨ ਮੂਰਤਾਂ, ਚਾਰ ਹੋਰ ਲੱਗ ਜਾਣਗੀਆਂ। ਕਾਹਦੇ ਨਾਲ ਜੁੜਦਾ? ਕੇਵਲ ਸਰੀਰ ਨਾਲ, ਕੇਵਲ ਨਾਮ ਨਾਲ। ਉਸ ਨਾਮ ਦੇ ਪਿੱਛੇ ਜਿਹੜੀ ਘਾਲਣਾ ਹੈ, ਜੇ ਉਹਨੂੰ ਵਿਸਾਰ ਦਿੱਤਾ ਗਿਆ, ਉਸ ਨਾਮ ਦੇ ਨਾਲ ਜੁੜਿਆ ਜਿਹੜਾ ਉਪਦੇਸ਼ ਹੈ, ਜਿਹੜੀ ਉਹਨਾਂ ਦੀ ਕਮਾਈ ਹੈ, ਜਿਹੜਾ ਉਹਨਾਂ ਨੇ ਰਾਹ ਦੱਸਿਆ, ਜੋ ਉਹਨਾਂ ਨੇ ਉਪਦੇਸ਼ ਦਿੱਤਾ, ਜੋ ਉਹਨੂੰ ਛੱਡ ਦਿੱਤਾ ਗਿਆ, ਤਾਂ ਫਿਰ ਅਸੀਂ ਕਿਤੇ ਨਹੀਂ ਪਹੁੰਚਾਂਗੇ। ਫਿਰ ਅਸੀਂ ਮੀਲ ਪੱਥਰ ਫੜ ਕੇ ਬੈਠੇ ਰਵਾਂਗੇ। ਜਿਹੜਾ ਕੇਵਲ ਰਸਤਾ ਦੱਸਦਾ ਹੈ, ਮੀਲ ਪੱਥਰ ਨੂੰ ਫੜ ਕੇ ਕੋਈ ਵੀ ਬੰਦਾ ਸਫ਼ਰ ਨਹੀਂ ਤੈਅ ਕਰ ਸਕਦਾ। ਆਉਂਦੇ ਨਾ ਮਾਈਲ ਪੱਥਰ, ਆਉਂਦਾ ਮਾਈਲ ਸਟੋਨ। ਜੋ ਮਾਈਲ ਸਟੋਨ ਨੂੰ ਫੜ ਕੇ ਤੁਸੀਂ ਬੈਠੇ ਰਹੋ, ਇਹਦੇ ਤੇ ਤਾਂ ਲਿਖਿਆ ਵੀ ਫਲਾਨਾ ਸ਼ਹਿਰ ਇੰਨੀ ਦੂਰ ਹੈ, ਤੇ ਉਹਦੇ ਉੱਤੇ ਸ਼ਹਿਰ ਦਾ ਨਾਂ ਲਿਖਿਆ ਤੇ ਉਹਨੂੰ ਹੀ ਫੜ ਕੇ ਬਹਿ ਜਾਏ, ਕੋਈ ਅੱਗੇ ਤੁਰੇ ਹੀ ਨਾ, ਕਿੱਥੇ ਪਹੁੰਚੇਗਾ? ਇਸ ਵਾਸਤੇ ਉਹਨਾਂ ਨੇ ਤਾਂ ਸੰਸਾਰ ਨੂੰ ਦੱਸਿਆ ਵੀ ਇਸ ਰਾਹ ਤੇ ਤੁਰੋ, ਤੇ ਤੁਰਨਾ ਹੈ ਉਸ ਰਾਹ ਤੇ। ਇਹੀ ਉਹਨਾਂ ਦਾ ਅਸਲ ਸਤਿਕਾਰ ਤੇ ਆਦਰ ਹੈ। ਅੱਗੇ ਜਾ ਕੇ ਫਰਮਾਉਂਦੇ ਹਨ, ਬ੍ਰਹਮਾ ਵੱਡਾ ਕੇ ਜਾ ਸਿਉ ਪਾਇਆ। ਬ੍ਰਹਮਾ ਵੱਡਾ ਹੈ ਕਿ ਜਿਸ ਨੇ ਬ੍ਰਹਮਾ ਵਰਗੇ ਜੀਵ ਪੈਦਾ ਕੀਤੇ ਨੇ, ਉਹ ਵੱਡਾ ਹੈ। ਭਾਵ ਦੇਵੀ ਦੇਵਤੇ ਵੱਡੇ ਨੇ, ਜਾਂ ਜਿਹੜਾ ਵਾਹਿਗੁਰੂ ਸਾਰੀ ਅਪਾਰ ਕੁਦਰਤ ਦਾ ਸਿਰਜਕ ਹੈ, ਉਹ ਵੱਡਾ ਹੈ। ਜਿਵੇਂ ਖੰਡਨ ਕੀਤਾ ਭਗਤ ਕਬੀਰ ਜੀ ਨੇ, ਦੇਵੀ ਦੇਵਤਾ ਆਦਿਕ ਦੀ ਪੂਜਾ ਉਪਾਸਨਾ, ਜਿਹੜੀਆਂ ਅਸੀਂ ਕੁਦਰਤੀ ਸ਼ਕਤੀਆਂ ਨੂੰ ਹੀ ਪੂਜੀ ਜਾਂਦੇ, ਉਹ ਕਹਿੰਦੇ ਨਹੀਂ, ਇਹਨਾਂ ਦਾ ਸਿਰਜਕ ਵੱਡਾ ਹੈ। ਕੁਦਰਤ ਦਾ ਰੁਤਬਾ ਦੂਜਾ ਹੈ, ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਪਹਿਲਾ ਰੁਤਬਾ ਕੀ ਹੈ? ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ। ਸਿਰਜਣਹਾਰ ਵੱਡਾ ਹੈ, ਤਜ ਚਿਤਰੈ ਚੇਤੋ ਚਿਤਕਾਰੀ। ਦੇਵੀ ਦੇਵਤਾ ਆਦਿਕ ਕੁਦਰਤੀ ਸ਼ਕਤੀਆਂ ਵੱਡੀਆਂ ਨਹੀਂ ਹਨ, ਪਰਮੇਸ਼ਰ ਵਾਹਿਗੁਰੂ ਦੀ ਹਸਤੀ ਵੱਡੀ ਹੈ, ਜੋ ਸਭ ਕੁਝ ਸਿਰਜਦਾ ਹੈ, ਸਭ ਕੁਝ ਬਣਾਉਂਦਾ ਹੈ, ਸਭ ਕੁਝ ਚਲਾਉਂਦਾ ਹੈ। ਫਿਰ ਕਹਿੰਦੇ ਹਨ, ਵੇਦ ਵੱਡਾ ਕਿ ਜਹਾਂ ਤੇ ਆਇਆ। ਵੇਦ ਇੱਥੇ ਦੱਦੇ ਨੂੰ ਔਂਕੜ ਹੈ, ਜਦੋਂ ਇਸ ਤਰ੍ਹਾਂ ਆਏ ਤੇ ਇਹਦਾ ਮਤਲਬ ਗਿਆਨ ਬਣਦਾ ਹੈ। ਜੇ ਦੱਦੇ ਨੂੰ ਔਂਕੜ ਨਾ ਹੋਵੇ ਤੇ ਇਹਦਾ ਅਰਥ ਚਾਰ ਵੇਦ ਹੋ ਜਾਂਦਾ ਹੈ ਬਹੁਵਚਨ ਵਿੱਚ। ਵੇਦ ਵੱਡਾ, ਗਿਆਨ ਵੱਡਾ ਕਿ ਜਾਂ ਤੇ ਆਇਆ, ਕਿ ਜਿੱਥੋਂ ਇਹ ਉਪਦੇਸ਼ ਆਇਆ ਹੈ, ਜਿਸ ਨੇ ਉਪਦੇਸ਼ ਦਿੱਤਾ ਹੈ, ਉਹ ਵੱਡਾ। ਦੋਨਾਂ ਚੋਂ ਕਿਹੜੀ ਚੀਜ਼ ਵੱਡੀ? ਹੁਣ ਚੇਤੇ ਰੱਖਣਾ, ਇੱਥੇ ਪਹਿਲੇ ਬੰਦ ਨਾਲ ਇਸ ਨੂੰ ਜੇ ਰਲਾ ਕੇ ਪੜਾਂਗੇ, ਉੱਥੇ ਤੁਲਨਾ ਸੀ ਪਰਮੇਸ਼ਰ ਵਿੱਚ ਤੇ ਪਰਮੇਸ਼ਰ ਦੇ ਪਿਆਰੇ ਵਿੱਚ, ਤੇ ਆਖਿਆ ਨਹੀਂ ਪਰਮੇਸ਼ਰ ਵੱਡਾ ਹੈ, ਉਹਦੇ ਨਾਲ ਜੁੜ ਕੇ ਹੀ ਤਾਂ ਕੋਈ ਵਿਅਕਤੀ ਉੱਚਾ ਹੋਇਆ। ਹੁਣ ਇੱਥੇ ਦੱਸਿਆ ਹੈ ਤੁਲਨਾ ਹੈ ਉਪਦੇਸ਼ ਵਿੱਚ ਤੇ ਉਪਦੇਸ਼ ਦੇਣ ਵਾਲੇ ਵਿੱਚ। ਗਿਆਨ ਵੱਡਾ ਹੈ ਕਿ ਜਿੱਥੋਂ ਗਿਆਨ ਪ੍ਰਗਟ ਹੋਇਆ ਉਹ ਵੱਡਾ ਹੈ। ਆਖਿਆ ਨਹੀਂ, ਉਹ ਵੱਡਾ ਹੈ ਜਿਸ ਤੋਂ ਗਿਆਨ ਪ੍ਰਗਟ ਹੋਇਆ। ਕਿਉਂ? ਇਕੱਲਾ ਥਾਟ ਜਿਹੜਾ ਹੈ ਨਾ, ਜੇ ਸੁਣਨ ਵਾਲਾ, ਮੈਂ ਇੱਕ ਉਦਾਹਰਣ ਦੇਣਾ, ਕਈ ਵਾਰ ਕਿਸੇ ਦੀ ਕਈ ਗੱਲ ਨੂੰ ਅਸੀਂ ਨਹੀਂ ਸੁਣਦੇ, ਗੱਲ ਉਹਦੇ ਵੀ ਉਹੀ ਕਹੀ ਹੁੰਦੀ ਹੈ, ਪਰ ਜਿਸ ਨਾਲ ਸਾਡਾ ਪ੍ਰੇਮ ਹੋਵੇ, ਜਦੋਂ ਉਹ ਗੱਲ ਕਹਿੰਦਾ ਤੇ ਅਸੀਂ ਮੰਨ ਲਈ। ਕਿਉਂ ਮੰਨ ਲਈ? ਗੱਲ ਤਾਂ ਇੱਕੋ ਹੀ ਸੀ। ਇੱਕ ਹੋਰ ਬੰਦੇ ਨੇ ਕਹੀ, ਤੁਸੀਂ ਨਹੀਂ ਮੰਨੀ, ਇੱਕ ਪ੍ਰੇਮ ਵਾਲੇ ਬੰਦੇ ਨੇ ਕਹੀ, ਤੁਸੀਂ ਮੰਨ ਲਈ। ਕੀ ਰੀਜ਼ਨ? ਉਹਦੀ ਪਰਸਨੈਲਿਟੀ ਨਾਲ ਤੁਹਾਨੂੰ ਪਿਆਰ ਹੈ, ਉਹਦੀ ਸ਼ਖਸੀਅਤ ਨਾਲ ਤੁਹਾਨੂੰ ਮੁਹੱਬਤ ਹੈ, ਤੁਸੀਂ ਉਹਦੇ ਪਿਆਰ ਕਰਕੇ ਵੀ ਉਹ ਗੱਲ, ਕਠਿਨ ਗੱਲ ਵੀ ਮੰਨ ਲਈ।
ਗੁਰੂ ਸਾਹਿਬ ਜੀ ਦੀ ਗੱਲ ਨੂੰ ਦੁਨੀਆ ਨੇ ਕਿਉਂ ਸੁਣਿਆ? ਗੱਲ ਵੱਡੀ ਸੀ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਕੀ ਗੁਰੂ ਨਾਲ ਪ੍ਰੇਮ, ਆਪਾਂ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਗੁਰੂ ਨਾਲ ਪ੍ਰੇਮ ਕਰਕੇ ਬਾਣੀ ਪੜ੍ਹਦੇ ਹਾਂ ਕਿ ਜਦ ਬਾਣੀ ਪੜ੍ਹਦੇ ਹਾਂ ਕਿ ਸਾਨੂੰ ਅਕਲ ਬੜੀ ਹੈ ਵੀ ਅਸੀਂ ਇਕੱਲਾ ਗਿਆਨ ਲੈਣ ਹੀ ਆਉਂਦੇ ਹਾਂ? ਅਸੀਂ ਜ਼ਿੰਦਗੀ ਦੇ ਵਿੱਚ ਅਸੀਂ ਸਿੱਖ ਕਿਉਂ? ਇਕੱਲੇ ਪੜ੍ਹਨ ਕਰਕੇ ਨਹੀਂ। ਗੁਰੂ ਦਾ ਇੱਕ ਇੰਪ੍ਰੈਸ਼ਨ ਅਸੀਂ ਕਬੂਲ ਕੀਤਾ ਹੈ, ਗੁਰੂ ਦਾ ਇੱਕ ਪ੍ਰਭਾਵ ਕਬੂਲ ਕੀਤਾ ਹੈ। ਅਸੀਂ ਗੁਰੂ ਦੀ ਮੁਹੱਬਤ ਵਿੱਚ ਜੀਨੇ ਹਾਂ, ਗੁਰੂ ਦੇ ਪ੍ਰੇਮ ਵਿੱਚ ਜੀਨੇ ਹਾਂ, ਗੁਰੂ ਦੇ ਅਦਬ ਵਿੱਚ ਜੀਨੇ। ਇਸ ਕਰਕੇ ਗੁਰੂ ਦਾ ਬਚਨ ਵੀ ਸਾਨੂੰ ਉਹਨਾਂ ਵਰਗਾ ਮਹਾਨ ਨਹੀਂ ਲੱਗਦਾ। ਜੇ ਇਕੱਲਾ ਅਸੀਂ ਗਿਆਨ ਕੂਕਦੇ ਰਹੀਏ, ਠੀਕ ਹੈ, ਗਿਆਨ ਦਾ ਰੁਤਬਾ ਬਹੁਤ ਉੱਚਾ, ਤਾਂ ਹੋ ਸਕਦਾ ਹੈ ਸਾਡਾ ਦਿਮਾਗ ਜਿਹੜਾ ਉਹ ਕੇਵਲ ਇਕੱਲੀ ਬੌਧਿਕ ਖੁਸ਼ਕੀ ਦਾ ਹੀ ਸ਼ਿਕਾਰ ਹੋ ਜਾਏ, ਜਿਹਨੂੰ ਆਪਾਂ ਕਹਿੰਦੇ ਨਾ ਵੀ ਕੇਵਲ ਤੇ ਕੇਵਲ ਸਾਡੇ ਅੰਦਰ ਜਾਣਨ ਦੀ ਈਗੋ ਹੀ ਪੈਦਾ ਹੋ ਜਾਵੇ ਵੀ ਮੈਂ ਬਹੁਤ ਜਾਣਦਾ, ਮੈਨੂੰ ਆਹ ਪਤਾ ਹੈ, ਮੈਨੂੰ ਉਹ ਪਤਾ ਹੈ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਤਾਂ ਧਰਮ ਗ੍ਰੰਥ ਇੰਨਾ ਪੜ੍ਹਿਆ, ਮੈਂ ਧਰਮ ਗ੍ਰੰਥ ਦਾ ਇੰਨਾ ਅਰਥ ਕੀਤਾ, ਮੈਂ ਧਰਮ ਗ੍ਰੰਥ ਦੀ ਇੰਨੀ ਵਿਦਵਤਾ ਜਾਣ, ਕੇਵਲ ਇੱਥੇ ਗੱਲ ਰਹਿ ਜਾਏ। ਤੇ ਹੈ ਐਸਾ? ਉਹ ਇਕੱਲਾ ਗਿਆਨ, ਕਿਉਂਕਿ ਅੰਦਰ ਪ੍ਰੇਮ ਨਹੀਂ। ਤੇ ਪ੍ਰੇਮ ਕਾਹਦੇ ਪ੍ਰਤੀ ਪੈਦਾ ਹੋਣਾ ਸੀ? ਕਥਨ ਵਾਲੇ ਦੇ ਅੰਦਰ, ਜਿਸ ਨੇ ਗਿਆਨ ਦਿੱਤਾ ਹੈ ਉਹਦੇ ਨਾਲ ਜੇ ਪ੍ਰੇਮ ਹੈ, ਉਹਦੇ ਨਾਲ ਜੇ ਪ੍ਰੇਮ ਹੈ ਤੇ ਉਹਦੇ ਗਿਆਨ ਨੂੰ ਤੁਸੀਂ ਪ੍ਰਸ਼ਾਦ ਸਮਝ ਕੇ ਐਕਸੈਪਟ ਕਰ, ਨਹੀਂ ਤੇ ਉਹ ਇਕੱਲਾ ਗਿਆਨ ਕਈ ਵਾਰ ਈਗੋ, ਹਉਮੈ, ਹੰਕਾਰ, ਕੇਵਲ ਦੂਜਿਆਂ ਨਾਲ ਅੜੀ ਜਾਣ ਦਾ ਸੁਭਾਅ ਹੀ ਪੈਦਾ ਕਰ ਦਿੰਦਾ ਹੈ ਵੀ ਹਰ ਗੱਲ ਦੇ ਉੱਤੇ ਮੈਂ ਦੂਜਿਆਂ ਨਾਲ ਡਿਬੇਟ ਹੀ ਕਰੀ ਜਾਵਾਂ, ਮੈਂ ਚੰਗਾ, ਮੈਂ ਜਾਣਦਾ, ਹਰ ਇੱਕ ਨੂੰ ਹਰਾਈ ਜਾਣਾ ਤੇ ਜਿੱਤੀ ਜਾਣਾ। ਉਹ ਜਿਹੜੀ ਚੀਜ਼ ਵਿੱਚ ਬੰਦਾ ਉਲਝ ਜਾਂਦਾ, ਜੇ ਅੰਦਰ ਪ੍ਰੇਮ ਦੀ ਕਣੀ ਨਹੀਂ ਤਾਂ। ਤੋ ਇੱਥੇ ਫਰਮਾਇਆ ਗਿਆਨ ਦਾ ਆਪਣਾ ਰੁਤਬਾ ਹੈ, ਪਰ ਜੇ ਗੁਰੂ ਨਾਲ ਪ੍ਰੇਮ ਜਾਂ ਮੁਹੱਬਤ ਜਾਂ ਸਨੇਹ ਨਹੀਂ ਹੈ ਤੇ ਇਕੱਲਾ ਗਿਆਨ ਵੀ ਤੁਹਾਨੂੰ ਜਿਹੜਾ ਹੈ ਉਹ ਤੁਹਾਡੇ ਅੰਦਰ ਇੱਕ ਈਗੋ ਜਿਹੜੀ ਉਹ ਪੈਦਾ ਕਰ ਦਿੰਦਾ। ਫਿਰ ਤੁਸੀਂ ਉਸ ਗਿਆਨ ਨੂੰ ਪ੍ਰੇਮ ਵਿੱਚ ਨਹੀਂ ਮੰਨਦੇ, ਉਸ ਗਿਆਨ ਦੇ ਨਾਲ ਫਿਰ ਪ੍ਰੇਮ ਦਾ ਅੰਸ਼ ਤੁਹਾਡੇ ਅੰਦਰ ਨਹੀਂ ਆਉਂਦਾ। ਤੇ ਜਦੋਂ ਪ੍ਰੇਮ ਨਹੀਂ ਆਉਂਦਾ ਤੇ ਉਹ ਗਿਆਨ ਜਿਹੜਾ ਉਹ ਕਮਾਇਆ ਨਹੀਂ ਜਾਂਦਾ, ਉਹਨੂੰ ਬੰਦਾ ਛੱਡ ਦਿੰਦਾ। ਆਪਣੀ ਸਹੂਲਤ ਮੁਤਾਬਕ ਮੰਨਣਾ ਹੋਵੇ ਤੇ ਮੰਨ ਲੈਂਦਾ, ਛੱਡਣਾ ਹੋਵੇ ਤੇ ਛੱਡ ਦਿੰਦਾ। ਫਿਰ ਉਹ ਕੰਪੈਰੀਜ਼ਨ ਕਰਦਾ ਰਹਿੰਦਾ ਦੂਸਰੀਆਂ ਗੱਲਾਂ ਨਾਲ, ਆਪਣੇ ਗੁਰੂ ਦੇ ਗਿਆਨ ਨੂੰ ਕੰਪੇਅਰ ਕਰਦਾ ਰਹਿੰਦਾ, ਆਹ ਵੱਡਾ ਕਿ ਆਹ ਵੱਡਾ। ਨਹੀਂ, ਜਿਹਦੇ ਲਈ ਗੁਰੂ ਦਾ ਪ੍ਰੇਮ ਉਹਦੇ ਲਈ ਗੁਰੂ ਹੀ ਵੱਡਾ, ਉਹਦੇ ਲਈ ਗੁਰੂ ਦੀ ਗੱਲ ਹੀ ਵੱਡੀ, ਉਹਦੇ ਲਈ ਗੁਰੂ ਤੁੱਲ ਕੁਝ ਹੈ ਹੀ ਨਹੀਂ। ਤੋ ਜੇ ਅੰਦਰੋਂ ਗੁਰੂ ਦੇ ਪ੍ਰਤੀ ਜਿਹੜਾ ਪ੍ਰੇਮ ਹੈ, ਜਿਹੜੀ ਅਟੈਚਮੈਂਟ ਹੈ ਉਹ ਘਟ ਜਾਏ ਤੇ ਬੰਦਾ ਦੋ ਧਰਮ ਗ੍ਰੰਥਾਂ ਨੂੰ ਲੈ ਕੇ ਤੋਲਦਾ ਰਹੇਗਾ, ਆਹ ਵੱਡਾ ਕਿ ਆਹ ਵੱਡਾ, ਆਹ ਵੱਡਾ ਕਿ ਆਹ ਵੱਡਾ। ਕੋਈ ਤੀਜਾ ਲਿਆ ਕੇ ਆਖੇ ਨਹੀਂ ਇਹਦੇ ਚ ਵਿੱਚ ਜ਼ਿਆਦਾ ਵੱਡਾ ਹੈ, ਬੰਦਾ ਉਧਰ ਤੁਲ ਜਾਂਦਾ। ਤੋ ਇਸ ਵਾਸਤੇ ਫਰਮਾਇਆ ਕਹਿ ਕਬੀਰ ਹੋਂ ਭਇਆ ਉਦਾਸ, ਹੇ ਕਬੀਰ ਆਖ ਮੈਂ ਇਸ ਗੱਲ ਤੋਂ ਉਦਾਸ। ਦਾ ਮਤਲਬ ਹੈ ਇਹ ਨਹੀਂ ਵੀ ਕਬੀਰ ਜੀ ਜਿਹਨੂੰ ਆਪਾਂ ਕਹਿੰਦੇ ਨਾ ਵੀ ਅੰਦਰੋਂ ਢਹਿੰਦੀ ਕਲਾ ਚਲੇ ਜਾਣਾ, ਐਸੀ ਗੱਲ ਨਹੀਂ। ਉਦਾਸ ਦਾ ਮਤਲਬ ਹੈ ਮੈਂ ਇਸ ਉਲਝਣ ਵਿੱਚ ਹਾਂ। ਜਦੋਂ ਬੰਦਾ ਕਿਸੇ ਉਲਝਣ ਵਿੱਚ ਹੋਵੇ ਤਾਂ ਉਹ ਸ਼ਾਂਤ ਹੋ ਜਾਂਦਾ, ਟਿਕ ਜਾਂਦਾ, ਮੈਂ ਕੀ ਕਰਾਂ, ਮੈਂ ਇਸ ਗੱਲੋਂ ਉਦਾਸ ਹਾਂ, ਉਲਝਣ ਵਿੱਚ ਹਾਂ, ਜਿਹੜੀ ਤੁਸਾਂ ਮੇਰੀ ਹੇ ਵਾਹਿਗੁਰੂ ਦੂਰ ਕਰਨੀ। ਤੀਰਥ ਵੱਡਾ ਕਿ ਹਰ ਕਾ ਦਾਸ। ਤੀਰਥ ਵੱਡਾ ਜਿੱਥੇ ਦੁਨੀਆ ਧਾ ਕੇ ਜਾ ਰਹੀ ਕਿ ਰੱਬ ਦਾ ਪਿਆਰਾ ਵੱਡਾ। ਕਬੀਰ ਜੀ ਨੇ ਆਖਿਆ ਨਹੀਂ, ਪਰਮੇਸ਼ਰ ਦਾ ਪਿਆਰਾ ਵੱਡਾ। ਬਾਣੀ ਦਾ ਇੱਕ ਵਾਕ ਹੈ, ਗੰਗਾ ਜਮਨਾ ਸਰਸਵਤੀ ਤੇ ਕਰੈ ਧੂਰ, ਉਦਮ ਸਾਧੂ ਕੀ ਤਾਈ ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਹਿੰਦੇ ਨੇ ਪਰਮੇਸ਼ਰ ਦਾ ਪਿਆਰਾ ਵੱਡਾ ਹੈ, ਉਹ ਜਿੱਥੇ ਵੀ ਬੈਠੇ ਉੱਥੇ ਹੀ ਤੀਰਥ ਹੈ। ਜੋ ਕਥਦਾ ਹੈ ਉਸ ਉਪਦੇਸ਼ ਨੂੰ ਕਮਾ ਕੇ ਮਨਾਂ ਦੀ ਮੈਲ ਉਤਰ ਜਾਂ। ਤੀਰਥ ਵੱਡਾ ਨਹੀਂ, ਰੱਬ ਦਾ ਪਰਮੇਸ਼ਰ ਦਾ ਪਿਆਰਾ ਵੱਡਾ ਹੈ। ਕੀ ਗੁਰੂ ਸਾਹਿਬ ਜੀ ਦੇ ਤੋਂ ਪਹਿਲਾਂ ਚਮਕੌਰ ਦਾ ਕੋਈ ਰੁਤਬਾ ਹੈ, ਸਰਹੰਦ ਦਾ ਕੋਈ ਰੁਤਬਾ ਹੈ? ਰੱਬ ਦੇ ਪਿਆਰੇ ਉੱਥੇ ਗਏ, ਉਹਨਾਂ ਨੇ ਕੋਈ ਘਾਲਣਾ ਕਾਲੀ, ਕੋਈ ਕੁਰਬਾਨੀ ਦਿੱਤੀ, ਉਸ ਚੀਜ਼ ਦਾ ਰੁਤਬਾ ਬਣ ਗਿਆ। ਵੱਡਾ ਕੌਣ ਹੋਇਆ? ਜਗ੍ਹਾ ਤੇ ਪਹਿਲਾਂ ਵੀ ਹੈ ਸੀ, ਥਾਂ ਤੇ ਪਹਿਲਾਂ ਵੀ ਮੌਜੂਦ ਸੀ। ਤੋ ਆਖਿਆ ਤੀਰਥ
ਵੱਡਾ ਨਹੀਂ, ਪਰਮੇਸ਼ਰ ਦਾ ਪਿਆਰਾ ਵੱਡਾ। ਉਹਦੇ ਪ੍ਰਭਾਵ ਸਦਕਾ ਹਰ ਚੀਜ਼ ਦੁਨੀਆ ਵਿੱਚ ਜਾਣੀ ਜਾਂਦੀ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਪਾਵਨ ਉਪਦੇਸ਼ ਸਾਡੇ ਮਨ ਹਿਰਦਿਆਂ ਵਿੱਚ ਵਸੇ। ਹੋਈਆਂ ਭੁੱਲਾਂ ਚੁੱਕਾਂ ਦੀ ਮਹਾਰਾਜ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।